ਸੋਹਾਣਾ ਹਸਪੀਟਲ ਦਾ ਕੈਂਸਰ ਰਿਸਰਚ ਸੈਂਟਰ ਹੈ ਉਸ ਦੇ ਵਿੱਚ ਅਸੀਂ ਅੱਜ ਪਹੁੰਚੇ ਹਾਂ ਜਿੱਥੇ ਕਿ ਹਰ ਇੱਕ ਪ੍ਰਕਿਰਿਆ ਦੇ ਨਾਲ ਕੈਂਸਰ ਦਾ ਇਲਾਜ ਕੀਤਾ ਜਾਂਦਾ ਤੇ ਸਭ ਤੋਂ ਵੱਡਾ ਮਹੱਤਵ ਜਿਹੜਾ ਹੈ ਉਸ ਦੇ ਵਿੱਚ ਰੇਡੀਓਥੈਰੇਪੀ ਦਾ ਹੈ ਜਿਸ ਦੇ ਵਿੱਚ ਰੇਡੀਏਸ਼ਨ ਦੇ ਨਾਲ ਕੈਂਸਰ ਦਾ ਇਲਾਜ ਕਰਨ ਦੀ ਕੋਸ਼ਿਸ਼ ਜਿਹੜੀ ਹੈ ਉਹ ਕੀਤੀ ਜਾਂਦੀ ਹੈ ਤਾਂ ਜੋ ਮਰੀਜ਼ ਜਿਹੜਾ ਹੈ ਉਹ ਰੇਡੀਏਸ਼ਨ ਦੇ ਨਾਲ ਠੀਕ ਹੋ ਸਕੇ। ਹੁਣ ਇਸ ਦੇ ਵਿੱਚ ਇਹ ਰੇਡੀਏਸ਼ਨ ਕੰਮ ਕਿੱਦਾਂ ਕਰਦੀ ਹੈ, ਰੇਡੀਏਸ਼ਨ ਥੈਰੇਪੀ ਕਾਰਗਰ ਕਿਵੇਂ ਹੈ ਤੇ ਕਿਹੜੀਆਂ ਮਸ਼ੀਨਾਂ ਜਿਹੜੀਆਂ ਨੇ ਇਸ ਰੇਡੀਓਥੈਰੇਪੀ ਦੇ ਵਿੱਚ ਇਸਤੇਮਾਲ ਕੀਤੀ ਜਾਂਦੀਆਂ ਨੇ, ਇਸ ਦੇ ਬਾਬਤ ਸਾਡੇ ਨਾਲ ਗੱਲ ਕਰਨ ਲਈ ਅੱਜ ਸੋਹਾਣਾ ਦੇ ਕੈਂਸਰ ਦੇ ਜਿਹੜਾ ਰਿਸਰਚ ਸੈਂਟਰ ਹੈ ਉਸ ਦੇ ਡਾਕਟਰ ਰਕੇਸ਼ ਕੁਮਾਰ ਗੁਪਤਾ ਮੌਜੂਦ ਨੇ ਜੋ ਕਿ ਕੰਸਲਟੈਂਟ ਨੇ ਰੇਡੀਏਸ਼ਨ ਦੇ ਔਨਕੋਲੋਜਿਸਟ ਨੇ। ਉਸ ਤੋਂ ਬਾਅਦ ਸਾਡੇ ਨਾਲ ਡਾਕਟਰ ਰੂਪਾਲੀ ਅਗਰਵਾਲ ਮੌਜੂਦ ਨੇ, ਇਹ ਵੀ ਇੱਥੇ ਕੰਸਲਟੈਂਟ ਨੇ। ਸੋ ਇਹਨਾਂ ਦੋਨਾਂ ਡਾਕਟਰਸ ਨਾਲ ਅਸੀਂ ਗੱਲਬਾਤ ਕਰਾਂਗੇ, ਜਾਣੂ ਕਰਨ ਦੀ ਕੋਸ਼ਿਸ਼ ਕਰਾਂਗੇ, ਤੁਹਾਨੂੰ ਜਾਣੂ ਕਰਾਵਾਂਗੇ ਕਿ ਕਿਸ ਤਰੀਕੇ ਦੇ ਨਾਲ ਰੇਡੀਓਥੈਰੇਪੀ ਜਿਹੜੀ ਹੈ ਉਹ ਕੈਂਸਰ ਦੇ ਵਿੱਚ ਕਾਰਗਰ ਸਾਬਿਤ ਹੈ। ਸਭ ਤੋਂ ਪਹਿਲਾ ਸਵਾਲ ਡਾਕਟਰ ਰੂਪਾਲੀ ਮੇਰਾ ਤੁਹਾਡੇ ਨਾਲ ਹੈ, ਰੇਡੀਓਥੈਰੇਪੀ ਜਿਹੜੀ ਹੈਗੀ ਹੈ ਉਹ ਕਿਸ ਤਰੀਕੇ ਦੇ ਨਾਲ ਜਿਹੜਾ ਹੈ ਸਭ ਤੋਂ ਇਸ ਵਕਤ ਕਹਿ ਲਈਏ ਕਿ ਕਾਰਗਰ ਥੈਰੇਪੀ ਦੇ ਵਿੱਚੋਂ ਇੱਕ ਮੰਨੀ ਜਾ ਰਹੀ ਹੈ, ਕਿਉਂ ਜਿਹੜੀ ਹੈ ਥੈਰੇਪੀ ਜਿਹੜੀ ਹੈ ਉਹ ਆਮ ਜਨਤਾ ਲਈ ਬੈਨੀਫੀਸ਼ੀਅਲ ਬਣਦੀ ਜਾ ਰਹੀ है? जैसा कि हम जानते हैं अलग अलग टाइप के कैंसर्स होते हैं और सबसे ज़्यादा जो रेडिएशन थेरेपी का रोल हम देखा जाए तो एक तरह से ये सर्जरी की तरह एक्ट करती है। मतलब कहने का मतलब ये है कि ये सर्जरी की तरह कैंसर को बिल्कुल ख़त्म कर सकती है। खासकर कई तरह के कैंसर है जैसे कि बच्चेदानी की मुंह का कैंसर है जिसको हम सर्विक्स कैंसर बोलते हैं, उसमें रेडिएशन थेरेपी का इतना अच्छा बेनिफिट देखा गया है कि पेशेंट सालों साल जीता है और कैंसर को हम पूरी तरह से ख़त्म कर सकते हैं। और ख़ासकर जैसे कि भारतवर्ष में सबसे ज़्यादा हेड एंड नेक जैसे कि मुँह के और गले के कैंसर सबसे ज़्यादा कॉमन है, सबसे ज़्यादा पाए जाते हैं, तो उसमें मेन रोल ही रेडिएशन का रहता है। रेडिएशन थेरेपी को यूज़ करके हम हर तरह से गले और मुंह के कैंसर्स को ख़त्म कर सकते हैं। तो ਜੀ ਡਾਕਟਰ ਅਗਰਵਾਲ ਇਹੀ ਸਵਾਲ ਮੇਰਾ ਕਿਉਂਕਿ ਜਿਹੜਾ ਤੁਸੀਂ ਜਵਾਬ ਦੱਸਿਆ ਕਿ ਬਹੁਤ ਸਾਰੇ ਤਰੀਕੇ ਦੇ ਕੈਂਸਰ ਜਿਹੜੇ ਰੇਡੀਓਥੈਰੇਪੀ ਤੋਂ ਖਤਮ ਕੀਤੇ ਜਾ ਸਕਦੇ ਨੇ, ਸਾਡਾ ਡਾਕਟਰ ਰਕੇਸ਼ ਕੁਮਾਰ ਗੁਪਤਾ ਵੀ ਮੌਜੂਦ ਨੇ। ਗੁਪਤਾ ਜੀ ਕਿੱਦਾਂ ਆਪਾਂ ਡਾਕਟਰ ਸਾਹਿਬ ਜਾਨਣਾ ਚਾਹਾਂਗੇ ਕਿ ਜਿੱਦਾਂ ਮੈਡਮ ਦੱਸਿਆ ਕਿ ਇਹ ਕੈਂਸਰ ਖਤਮ ਕੀਤੇ ਜਾ ਸਕਦੇ ਨੇ, ਕਿਸ ਤਰੀਕੇ ਦੇ ਨਾਲ ਰੇਡੀਓਥੈਰੇਪੀ ਐਕਟ ਕਰਦੀ ਹੈ ਕਿ ਜਿਸ ਨਾਲ ਕੈਂਸਰ ਜਿਹੜੇ ਨੇ ਉਹ ਖਤਮ ਹੋ ਜਾਂਦੇ ਨੇ? बिल्कुल, हम यहाँ पे हाई एनर्जी एक्सरेज आयोनाइजिंग रेडिएशंस का यूज करते हैं जो वर्ल्ड का अपने यहाँ ट्रू बीम लीनियर स्लेटर है। उससे वो क्या करता है, जो कैंसर सेल्स होते हैं उनके डीएनए को ब्रेक कर देते हैं जी। जो डीएनए ब्रेक हो गया कैंसर सेल्स का, फिर वो फाइनली कैंसर सेल जो डेड हो जाते हैं और ट्यूमर श्रिंक होके खत्म हो जाते हैं। ਤੇ ਸਭ ਤੋਂ ਗੱਲ ਇੱਕ ਵੱਡਾ ਸਟੈਪ ਇਹ ਵੀ ਆਉਂਦਾ ਹੈ ਕਿ ਕੈਂਸਰ ਜਦੋਂ ਕਿਸੇ ਨੂੰ ਲੱਗਦਾ ਹੈ ਕਿ ਮੈਨੂੰ ਕੋਈ ਕੈਂਸਰ ਹੈਗਾ, ਡਿਟੈਕਸ਼ਨ ਕਿਸ ਤਰੀਕੇ ਕੀਤੀ ਜਾਂਦੀ ਹੈ ਉਸ ਕੈਂਸਰ ਦੀ, ਕਿਹੜੇ ਉਹ ਟੈਸਟ ਨੇ ਜਿਨ੍ਹਾਂ ਨਾਲ ਕੈਂਸਰ ਦੀ ਡਿਟੈਕਸ਼ਨ ਜਿਹੜੀ ਹੈ ਉਹ ਕੀਤੀ ਜਾ ਸਕਦੀ ਹੈ ਪੂਰੇ ਸਰੀਰ ਦੇ ਵਿੱਚ? बिल्कुल, एक हमारे यहाँ वर्ल्ड क्लास अच्छी मशीन है जिसमें पैट स्कैन मशीन करते हैं, जिससे के द्वारा आप पूरे बॉडी में कहीं भी कैंसर है उसको डिटेक्ट कर सकते हैं। और एक अच्छी बात ये है कि हमारे सोहाना हॉस्पिटल में जो पैट स्कैन मशीन है उसके चार्जेस बहुत अफोर्डेबल है, बहुत लिमिटेड चार्ज है जिसको कि ईजिली हर पर्सन ਅਫੋਰਡ ਕਰ ਸਕते हैं। ਕਿ ਉਸ ਵੱਡੀ ਮਸ਼ੀਨ ਵੱਲ ਜਾਵਾਂਗੇ ਜਿੱਥੇ ਰੇਡੀਏਸ਼ਨ ਜਿਹੜੀ ਹੈ ਦਿੱਤੀ ਜਾਂਦੀ ਹੈ, ਰੇਡੀਏਸ਼ਨ ਦੇ ਕੇ ਜਿਹੜਾ ਪੂਰਾ ਪ੍ਰੋਸੈਸ ਜਿਹੜਾ ਮਰੀਜ਼ ਨੂੰ ਟ੍ਰੀਟ ਕਰਨ ਦਾ ਪ੍ਰੋਸੈਸ ਹੈਗਾ। ਸੋ ਜਿੱਦਾਂ ਤੁਸੀਂ ਦੇਖ ਸਕਦੇ ਹੋ ਕਿ ਇੱਧਰ ਜਿਹੜਾ ਹੈ ਇਹ ਡਿਪਾਰਟਮੈਂਟ ਹੈ ਜਿੱਥੇ ਡਾਕਟਰ ਰਕੇਸ਼ ਸਾਨੂੰ ਅੱਗੇ ਗਾਈਡ ਕਰਨ ਲਈ ਖੜੇ ਨੇ। ਸੋ ਅੱਗੇ ਚੱਲਦੇ ਹਾਂ। ਸੋ ਡਾਕਟਰ ਸਾਹਿਬ ਇਹ ਹੁਣ ਕਿਹੜਾ ਡਿਪਾਰਟਮੈਂਟ ਹੈ ਤੇ ਕਿਹੜੀ ਕਿਸ ਤਰੀਕੇ ਜਿਹੜੀ ਹੈ ਸਕਰੀਨਿੰਗ ਕੀਤੀ ਜਾਂਦੀ ਹੈ ਕਿ ਔਰ ਇੱਥੇ ਮੈਂ ਦੇਖ ਰਿਹਾ ਕਾਫੀ ਮੋਨੀਟਰਸ ਲੱਗੇ ਹੋਏ ਨੇ, ਇਹ ਕੀ ਪ੍ਰੋਸੈਸ ਹੈ? ये सारी मशीन का कंसोल है, सारा कंट्रोल यहीं से होता है। यहाँ से हम पेशेंट को मॉनिटर करते रहते हैं कि पेशेंट के एग्जैक्ट पोजीशन पे ही रेडिएशन लग रहा हो। ठीक है, पेशेंट का सेटअप देखते हैं। सो सेटअप ਅਸੀਂ ਤੁਹਾਨੂੰ ਦਿਖਾਵਾਂਗੇ ਕਿ ਕਿਸ ਤਰੀਕੇ ਨਾਲ ਸੈਟਅਪ ਜਿਹੜਾ ਹੈ ਉਹ ਮਸ਼ੀਨ ਕਿੱਦਾਂ ਕੰਮ ਕਰਦੀ ਹੈ। ਸੋ ਅਸੀਂ ਡਾਕਟਰ ਰਕੇਸ਼ ਦੇ ਨਾਲ ਆਪਾਂ ਜਾ ਰਹੇ ਹਾਂ ਉਸ ਜ਼ੋਨ ਦੇ ਵਿੱਚ ਤੇ ਤੁਹਾਨੂੰ ਲੈ ਕੇ ਜਾ ਰਹੇ ਹਾਂ ਜਿੱਥੇ ਰੇਡੀਏਸ਼ਨ ਜਿਹੜੀ ਥੈਰੇਪੀ ਹੈ ਦਿੱਤੀ ਜਾਂਦੀ ਹੈ। ਔਰ ਵੱਡੀ ਗੱਲ ਇਹ ਹੈ ਕਿ ਇੱਕ ਵੱਡੀ ਮਸ਼ੀਨ ਦੇ ਨਾਲ ਰੇਡੀਏਸ਼ਨ ਥੈਰੇਪੀ ਜਿਹੜੀ ਹੈ ਉਹ ਦਿੱਤੀ ਜਾਂਦੀ ਹੈ। ਉਸ ਮਸ਼ੀਨ ਨੂੰ ਤੁਹਾਨੂੰ ਅਸੀਂ ਦਿਖਾਵਾਂਗੇ। ਟਰੂ ਬੀਮ ਇਸ ਮਸ਼ੀਨ ਦਾ ਤੁਸੀਂ ਦੇਖ ਸਕਦੇ ਹੋ ਨਾਮ ਹੈ, ਜਿਸ ਦੇ ਥਰੂ ਰੇਡੀਏਸ਼ਨ ਦੇ ਕੇ ਕੈਂਸਰ ਨੂੰ ਜਿਹੜਾ ਹੈ ਖਤਮ ਕੀਤਾ ਜਾਂਦਾ। ਡਾਕਟਰ ਰਕੇਸ਼ ਗੁਪਤਾ ਸਾਡੇ ਨਾਲ ਮੌਜੂਦ ਨੇ, ਜ਼ਰੂਰ ਗੱਲਬਾਤ ਕਰਾਂਗੇ। ਸੋ ਡਾਕਟਰ ਸਾਹਿਬ ਕਿਸ ਤਰੀਕੇ ਦੇ ਨਾਲ ਜਿਹੜਾ ਹੈ ਤੁਸੀਂ ਉਧਰ ਪਲੈਨਿੰਗ ਕਰ ਲਈ, ਸੀਟੀ ਸਟਿਮੂਲੇਟਰ ਦੇ ਵਿੱਚ ਪਲੈਨਿੰਗ ਹੋ ਗਈ, ਫਿਜ਼ੀਸ਼ੀਅਨ ਨੇ ਪਲੈਨਿੰਗ ਦੱਸ ਦਿੱਤੀ ਕਿ ਕਿਸ ਤਰੀਕੇ ਨਾਲ ਟਿਊਮਰ ਡਿਟੈਕਟ ਹੋ ਗਿਆ, ਇੱਥੇ ਰੇਡੀਏਸ਼ਨ ਦੇਣੀ ਹੈ, ਕਿਸ ਤਰੀਕੇ ਉਹ ਮਸ਼ੀਨ ਦੇ ਵਿੱਚ ਰੇਡੀਏਸ਼ਨ ਜਾਂਦੀ ਹੈ ਤੇ ਇੱਥੇ ਕਿੱਦਾਂ ਕੰਮ? ये वर्ल्ड क्लास ट्रू बीम लीनियर स्लेटर है जिससे कि हर तरह के कैंसर का इलाज बहुत एडवांस टेक्निक से पिन पॉइंट एक्यूरेसी के साथ करते हैं, जिससे कि पेशेंट को ठीक होने के साथ ही उसके साइड इफेक्ट्स भी बहुत कम हो। इसमें करते क्या है, फर्स्ट सिस्टम सपोज दैट ये जो हमने मास्क बनाया है, ये किसी हेड एंड नेक कैंसर का मास्क है। ये मास्क बनाया पर्टिकुलर पेशेंट को हम यहाँ पे लिटाते हैं और इसको लिटा के पर्टिकुलर उस पेशेंट का मास्क होता है जो जिनके सारे नाम यहाँ पे लिखे होते हैं,
उनको हम सेट ਮਤਲਬ ਇਹ ਹਰ ਮਰੀਜ਼ ਲਈ ਤੁਸੀਂ ਅਲੱਗ ਤੋਂ ਇੱਕ ਮਾਸਕ ਬਣਾਉਂਦੇ ਹੋ अलग अलग होता है। ये जो हमने प्लान किया था सिटी सिमुलेटर के समय, ये मास्क पहनाते हैं, सारे लेज़र पॉइंट मैच किए जाते हैं ताकि पेशेंट का पोजीशन बिल्कुल फिक्स हो। उसके बाद में एक ये एडवांस मशीन की एक इम्पॉर्टेंस है, इसमें आप जो देख रहे होंगे ये इसको कहते हैं कोन बीम सीटी। जब एक बार पेशेंट सेट हो गया, इससे उसकी पोजीशन को कंफर्म करते हैं। ये पार्ट आगे आता है, एक रोटेट करेगा और उसके पोजीशन को पूरा कंफर्म करेगा। अगर लगता है मिलीमीटर में भी पेशेंट इधर उधर शिफ्ट है तो उसको हम बाहर से करेक्ट कर लेते हैं। और बिल्कुल फिर इस पार्ट से आप देखते हैं यहाँ से रेडिएशन डिलीवर होता है और पूरी मशीन रोटेट करती है। फिर यू कैन रोटेट। ਸੋ ਤੁਸੀਂ ਦੇਖ ਸਕਦੇ ਹੋ ਕਿ ਪੂਰਾ ਪ੍ਰੋਸੈਸ ਅਸੀਂ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਮਸ਼ੀਨ ਜਿਹੜਾ ਹੈ ਕਿਸ ਤਰੀਕੇ ਦੇ ਨਾਲ ਜਦੋਂ ਪਲਾਨ ਬਣ ਜਾਂਦਾ, ਜਦੋਂ ਮਰੀਜ਼ ਦਾ ਪਲਾਨ ਬਣ ਜਾਂਦਾ ਕਿ ਕਿਸ ਤਰੀਕੇ ਨਾਲ ਮਰੀਜ਼ ਦਾ ਜਿਹੜਾ ਇਲਾਜ ਹੋਣਾ ਹੈ, ਕਿਸ ਥਾਂ ਦੇ ਉੱਤੇ ਰੇਡੀਏਸ਼ਨ ਦਿੱਤੀ ਜਾਣੀ ਹੈ, ਤੇ ਪੂਰੀ ਜਿਹੜਾ ਤੁਸੀਂ ਦੇਖ ਸਕਦੇ ਹੋ ਕਿ ਮਸ਼ੀਨ ਘੁੰਮ ਕੇ ਜਿਹੜਾ ਹੈ ਉਹ ਚੈੱਕ ਕਰ ਰਹੀ ਹੈ ਮਰੀਜ਼ ਦਾ ਜੋ ਮੈਜ਼ਰਮੈਂਟ ਹੋਏਗੀ, ਉਹ ਮੈਜ਼ਰਮੈਂਟ ਨੂੰ ਚੈੱਕ ਕਰਦੀ ਹੈ। ਮੈਜ਼ਰਮੈਂਟ ਨੂੰ ਚੈੱਕ ਕਰਨ ਤੋਂ ਬਾਅਦ ਜੇਕਰ ਜਿੱਦਾਂ ਡਾਕਟਰ ਸਾਹਿਬ ਨੇ ਦੱਸਿਆ ਕਿ 1 ਮਿਲੀਮੀਟਰ ਦਾ ਵੀ ਫਰਕ ਜਿਹੜਾ ਹੋਵੇ ਉਸ ਨੂੰ ਵੀ ਜਿਹੜਾ ਹੈ ਕਰੈਕਟ ਕੀਤਾ ਜਾ ਸਕਦਾ। ਸੋ ਡਾਕਟਰ ਸਾਹਿਬ, ਇਹ ਮਸ਼ੀਨ ਆਪਾਂ ਦੇਖ ਰਹੇ ਹਾਂ ਕਿ ਪੂਰੀ ਮਸ਼ੀਨ ਘੁੰਮ ਕੇ ਜਿਹੜਾ ਹੈ ਉਹ ਮੋਨੀਟਰ ਕਰ ਰਹੀ ਹੈ, ਚੈੱਕ ਕਰ ਰਹੀ ਹੈ ਕਿ ਜਿਹੜੀ ਮਰੀਜ਼ ਦੀ ਜਿਹੜੀ ਕਹਿ ਲਈਏ ਕਿ ਜਿਹੜੀ ਮੈਜ਼ਰਮੈਂਟ ਹੈ ਉਹ ਲੈ ਰਹੀ। बिल्कुल, ये पोजीशन को कंफर्म करने के लिए एक बार पोजीशन कंफर्म हो गया, फिर पेशेंट को इस दूसरी मशीन आगे आती है और फिर ये घूम के ट्रीट करती है डिफरेंट एंगल से। एक चीज और देख रहे होंगे ऊपर, यहाँ पे फोकस करिए, ये देखिए, ये है अगर लंग कैंसर का पेशेंट है तो आप देखते होंगे कि जो लंग कैंसर का, फेफड़े का कैंसर का ट्यूमर है वो मूव करता है। उसको मॉनिटर करने के लिए ये कैमरे लगे हुए हैं कि अगर उसको ट्रैक करने के लिए, अगर जहाँ भी ट्यूमर मूव करेगा उसको ट्रैक करते हुए वो पर्टिकुलर उस पॉइंट पे ट्रीटमेंट देगा, जिससे कि वहीं पे ट्यूमर पे ही डोज जाए, नॉर्मल जो स्ट्रक्चर है उस पर कम से कम डोज जाए। जिससे क्या होता है, साइड इफेक्ट बहुत ही कम होते हैं और कैंसर बिल्कुल क्योर होता है। ਮਤਲਬ ਇਹ ਹੈ ਕਿ ਜਿੱਦਾਂ ਜਿੱਦਾਂ ਸਾਹ ਲੈਂਦਾ, ਕਿਉਂਕਿ ਜਿਹੜਾ ਲੰਗਸ ਦਾ, ਫੇਫੜੇ ਦਾ ਕੈਂਸਰ ਹੁੰਦਾ ਉਹ ਸਾਹ ਦੇ ਨਾਲ ਉੱਪਰ ਥੱਲੇ ਹੁੰਦਾ, ਉਹਨੂੰ ਜਿਹੜਾ ਪ੍ਰੋਪਰਲੀ ਮਾਰਕ ਕਰਕੇ ਉਸ ਦੇ ਹਿੱਟ ਕਰਦਾ। उसको ट्रैक करता है, अगर थोड़ा भी ट्यूमर मूव करे उसको ट्रैक करते हुए उसी पे ट्रीटमेंट होगा। नॉर्मल लंग पे और नॉर्मल स्ट्रक्चर पे बिल्कुल कम से कम या निग्लेजिबल डोज जाएगा, जिससे पेशेंट का जो लॉन्ग टर्म साइड इफेक्ट हो बिल्कुल कम होता है। ਤੁਸੀਂ ਫੇਸ ਦਾ ਮਾਸਕ ਦਿਖਾਇਆ ਕਿ ਇੱਧਰ ਪਿੱਛੇ ਦੇਖ ਰਿਹਾ ਮੈਂ ਕਾਫੀ ਹੋਰ ਮਾਸਕ ਜਿਹੜੇ ਇੱਥੇ ਬਣੇ ਹੋਏ ਨੇ, ਇਹ ਹਰ ਪੇਸ਼ੈਂਟ ਦੇ ਹਿਸਾਬ ਨਾਲ, ਹਰ ਇੱਕ ਅਲੱਗ-ਅਲੱਗ ਜ਼ੋਨ ਦੇ ਟ੍ਰੀਟਮੈਂਟ ਦੇ ਹਿਸਾਬ ਨਾਲ ਬਣੇ ਹੋਏ ਨੇ। ये जैसे आप देख रहे हैं, ये पेल्विस जो एब्डोमेन एरिया है उसके कैंसर के ट्रीटमेंट के लिए, कुछ ब्रेस्ट कैंसर के लिए होता है, ये आप देख रहे हो ब्रेस्ट कैंसर के ट्रीटमेंट के लिए। तो अलग अलग पेशेंट का मास्क अलग अलग मतलब साइट के हिसाब से कहाँ कैंसर है उसके हिसाब से तैयार किया जाता है। ਇਹਨੂੰ ਅਲੱਗ ਤੋਂ ਬਣਾਇਆ ਜਾਂਦਾ। बिल्कुल बिल्कुल। ਠੀਕ ਹੈ। ਸੋ ਇਹ ਤੁਸੀਂ ਦੇਖਿਆ ਕਿ ਟਰੂ ਬੀਮ ਮਸ਼ੀਨ ਹੈ ਜਿਸ ਦੇ ਵਿੱਚ ਕੈਂਸਰ ਦੀ ਟ੍ਰੀਟਮੈਂਟ ਜਿਹੜੀ ਹੈ ਕੀਤੀ ਜਾਂਦੀ ਹੈ, ਰੇਡੀਏਸ਼ਨ ਜਿਹੜੀ ਹੈ ਦਿੱਤੀ ਜਾਂਦੀ ਹੈ। ਔਰ ਵੱਡੀ ਗੱਲ ਇਸ ਦੇ ਵਿੱਚ ਇਹ ਹੈ ਕਿ ਰੇਡੀਏਸ਼ਨ ਜਿਹੜੀ ਹੈ ਸਿਰਫ ਉਸੇ ਹਿੱਸੇ ਦੇ ਉੱਤੇ ਦਿੱਤੀ ਜਾਂਦੀ ਹੈ ਜਿੱਥੇ ਕੈਂਸਰ ਜਿਹੜਾ ਪਨਪਦਾ ਪਿਆ, ਜਿੱਥੇ ਕੈਂਸਰ ਬਣਿਆ ਹੋਇਆ। ਤੇ ਫਿਰ ਭਾਵੇਂ ਜਿੱਦਾਂ ਡਾਕਟਰ ਰਾਕੇਸ਼ ਗੁਪਤਾ ਨੇ ਦੱਸਿਆ ਕਿ ਕਿਸ ਤਰੀਕੇ ਦੇ ਨਾਲ, ਫਿਰ ਭਾਵੇਂ ਉਹ ਫੇਫੜਿਆਂ ਦਾ ਕੈਂਸਰ ਹੈ, ਕਿਉਂਕਿ ਜਦੋਂ ਇਨਸਾਨ ਸਾਹ ਲੈਂਦਾ ਤਾਂ ਫੇਫੜਿਆਂ ਦਾ ਕੈਂਸਰ ਜਿਹੜਾ ਹੈ ਉਹ ਆਪਣੀ ਜਗ੍ਹਾ ਤੋਂ ਜਿਹੜਾ ਹੈ ਉਹ ਅੱਗੇ ਪਿੱਛੇ ਜ਼ਰੂਰ ਹੁੰਦਾ, ਤੇ ਉਸ ਦੇ ਨਾਲ ਕਿਸ ਤਰੀਕੇ ਨਾਲ ਐਕਿਊਰੇਸੀ ਜਿਹੜੀ ਬਣਾਈ ਜਾਂਦੀ ਹੈ ਉਸ ਦੇ ਬਾਬਤ ਵੀ ਦੱਸਿਆ। ਤੇ ਹੋਰ ਜਿਹੜੀਆਂ ਕਹਿ ਲਈਏ ਕਿ ਇਸ ਤੋਂ ਬਾਅਦ ਕਿਸ ਤਰੀਕੇ ਨਾਲ ਪ੍ਰੋਸੈਸ ਜਿਹੜੇ ਹੁੰਦੇ ਨੇ ਅਸੀਂ ਉਹ ਵੀ ਜਿਹੜਾ ਹੈ ਉਹ ਜ਼ਰੂਰ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਕਿਸ ਤਰੀਕੇ ਦੇ ਨਾਲ ਅਗਲਾ ਪ੍ਰੋਸੈਸ ਜਿਹੜਾ ਹੋਏਗਾ। ਉਸ ਲਈ ਅਸੀਂ ਡਾਕਟਰ ਰੂਪਾਲੀ ਅਗਰਵਾਲ ਕੋਲ ਚੱਲਦੇ ਹਾਂ, ਉਹਨਾਂ ਤੋਂ ਜਾਣਨ ਦੀ ਕੋਸ਼ਿਸ਼ ਕਰਦੇ ਹਾਂ। ਸੋ ਡਾਕਟਰ ਰੂਪਾਲੀ, ਜਦੋਂ ਇਹ ਪ੍ਰੋਸੈਸ ਹੋ ਗਿਆ, ਜਦੋਂ ਤੁਹਾਡੀ ਜਿਹੜੀ ਹੈ ਇਹ ਪੂਰੀ ਬਣ ਗਿਆ, ਜਦੋਂ ਅੰਦਰ ਰੇਡੀਏਸ਼ਨ ਦੇ ਦਿੱਤੀ ਗਈ, ਉਸ ਤੋਂ ਬਾਅਦ ਕੀ ਪ੍ਰੋਸੈਸ ਰਹਿੰਦਾ? ये तो फिर एक बार जब पेशेंट का रेडिएशन का ट्रीटमेंट स्टार्ट हो जाता है, फिर रेगुलर बेसिस पर पेशेंट मशीन पर आएगा, उसको एक फिक्स टाइम दिया जाता है, उस टाइम पर आकर पेशेंट ट्रीटमेंट लेता है और फिर घर जा सकता है। ये रेगुलर बेसिस पर ट्रीटमेंट चलता है, डिपेंडिंग कि उसकी कितनी डोज डिसाइड हुई है और कितने दिनों का ट्रीटमेंट डिसाइड हुआ है। तो ये तो एक्सटर्नल रेडिएशन का पार्ट है। अब एक्सटर्नल रेडिएशन का रोल ऑलमोस्ट सभी ट्यूमर्स में रहता है। फिर हमारे पास दूसरी मशीन है जिसको हम इंटरनल रेडिएशन के लिए यूज़ करते हैं, उसको हम बोलते हैं ब्रैकीथेरेपी मशीन। जैसे कि हम आपको दिखाते हैं, अभी हमारे डिपार्टमेंट में वो इंटरनल रेडिएशन के लिए भी मशीन अवेलेबल है, आप इधर आ सकते हैं। ਸੋ ਅਸੀਂ ਜਿਹੜਾ ਡਿਪਾਰਟਮੈਂਟ ਜਾ ਰਹੇ ਹਾਂ ਉਹ ਬ੍ਰੈਕੀਥੈਰੇਪੀ ਡਿਪਾਰਟਮੈਂਟ ਹੈ, ਜੋ ਕਿ ਇੰਟਰਨਲੀ ਰੇਡੀਏਸ਼ਨਸ ਦਿੰਦਾ। ਸੋ ਉਹ ਆਹ ਡਿਪਾਰਟਮੈਂਟ ਹੈ, ਤੁਸੀਂ ਦੇਖ ਸਕਦੇ ਹੋ ਕਿ ਬ੍ਰੈਕੀਥੈਰੇਪੀ ਡਿਪਾਰਟਮੈਂਟ ਜਿਹੜਾ ਇੱਥੇ ਲਿਖਿਆ ਹੋਇਆ ਨਾਮ। ਸੋ ਬ੍ਰੈਕੀਥੈਰੇਪੀ ਡਿਪਾਰਟਮੈਂਟ ਦੇ ਵਿੱਚ ਜਾਵਾਂਗੇ, ਜੋ ਕਿ ਇੰਟਰਨਲ ਰੇਡੀਏਸ਼ਨ ਦਿੰਦਾ ਹੈ। ਛੋਟੀ ਮਸ਼ੀਨ ਹੁੰਦੀ ਹੈ। ਸੋ ਉਸ ਮਸ਼ੀਨ ਤੇ ਤੁਸੀਂ ਦੇਖ ਸਕਦੇ ਹੋ ਕਿ ਇੱਥੇ ਟੈਕਨੀਸ਼ੀਅਨਸ ਵੀ ਬੈਠੇ ਹੋਏ ਨੇ, ਤੇ ਇੱਥੇ ਲਗਾਤਾਰ ਮੋਨੀਟਰਿੰਗ ਵੀ ਜਿਹੜੀ ਹੈ ਉਹ ਇੱਥੋਂ ਕੈਮਰਿਆਂ ਦੇ ਰਾਹੀਂ ਮੋਨੀਟਰਿੰਗ ਜਿਹੜੀ ਹੈ ਮਰੀਜ਼ ਦੀ ਕੀਤੀ ਜਾਂਦੀ ਹੈ। ਸੋ ਅਸੀਂ ਅੰਦਰ ਚੱਲਦੇ ਹਾਂ, ਅੰਦਰ ਜਾ ਕੇ
ਦੇਖਦੇ ਹਾਂ ਕਿ ਕਿਸ ਤਰੀਕੇ ਦੇ ਨਾਲ ਜਿਹੜਾ ਬ੍ਰੈਕੀਥੈਰੇਪੀ ਜਿਹੜੀ ਹੈ ਉਹ ਮਸ਼ੀਨ ਹੈ। ਸੋ ਆਹ ਉਹ ਬ੍ਰੈਕੀਥੈਰੇਪੀ ਦੀ ਮਸ਼ੀਨ ਹੈ, ਇੱਕ ਛੋਟੀ ਜਿਹੀ ਮਸ਼ੀਨ ਹੈ ਜੋ ਕਿ ਜਦੋਂ ਵੱਡੀ ਥੈਰੇਪੀ ਟਰੂ ਬੀਮ ਤੋਂ ਜਿਹੜੀ ਹੈ ਥੈਰੇਪੀ ਹੋ ਜਾਂਦੀ ਉਸ ਤੋਂ ਬਾਅਦ ਇੰਟਰਨਲ ਥੈਰੇਪੀ ਲਈ ਇੱਥੇ ਆਉਣਾ ਹੁੰਦਾ। ਸੋ ਮੈਮ ਇਹ ਜਿਹੜੀ ਮਸ਼ੀਨ ਹੈ ਕਿਸ ਤਰੀਕੇ ਕੰਮ ਕਰਦੀ ਹੈ? ऐसा इंटरनल रेडिएशन का रोल सारे कैंसर्स में नहीं रहता है। एक्सटर्नल रेडिएशन का रोल होता है जब ट्यूमर का साइज बड़ा है हम उसको छोटा कर देते हैं और ख़त्म भी कर सकते हैं। इंटरनल रेडिएशन का रोल पर्टिकुलर कैंसर्स में होता है, सभी कैंसर्स में इसका रोल नहीं रहता है। जैसे कि मैंने बताया था बच्चेदानी के मुंह का कैंसर है जिसमें ब्रैकीथेरेपी का काफ़ी बड़ा रोल है। उसमें क्या करते हैं, पहले एक्सटर्नल रेडिएशन से हम ट्यूमर के साइज़ को छोटा करते हैं। जब ट्यूमर का साइज़ काफ़ी छोटा रह जाता है तो हम इंटरनल रेडिएशन से पेशेंट के अंदर वेजाइना के थ्रू हम एक एप्लीकेटर डालते हैं जिसको हम आप देख सकते हैं यहाँ पर कुछ चैनल्स पड़े हैं। ये चैनल्स हम मशीन से कनेक्ट कर देते हैं और फिर पेशेंट से कनेक्ट कर दिया जाता है। और इंटरनल रेडिएशन से ये बेनिफिट होता है कि वो सिर्फ लोकलाइज्ड वहीं पर रेडिएशन देगा और आसपास के नॉर्मल स्ट्रक्चर्स में कोई रेडिएशन नहीं जाएगी, मतलब और किसी पासे ਨੂੰ ਜਿਹੜਾ ਕੋਈ उसका इफेक्ट नहीं पाएगा। हाँ जी, हाँ जी। तो इस इंटरनल रेडिएशन को हम कई और कैंसर्स में भी यूज़ कर सकते हैं, जैसे कि लंग कैंसर है या फिर फूड पाइप का कैंसर है और भी जैसे बिलियरी ट्रैक्ट के कैंसर्स हैं, वहाँ पर भी हम इसका यूज़ कर सकते हैं। और कई तरह के इम्प्लांट्स होते हैं जैसे ब्रेस्ट में यूज़ कर सकते हैं। कई बार क्या होता है लिप का कैंसर होता है, बहुत छोटा है, या जीभ का कैंसर है, वहाँ पर हम जहाँ पर बिल्कुल कम एरिया को रेडिएशन देनी है वहाँ पर हम इंटरनल रेडिएशन को यूज़ करते हैं। ਇਨਸਾਨ ਦੇ ਇੱਕ ਮਰੀਜ਼ ਦੇ ਵਿੱਚ ਜੇਕਰ ਉਸ ਨੂੰ ਕੈਂਸਰ ਦਾ ਸ਼ੱਕ ਪੈਂਦਾ ਹੈ, ਤਾਂ ਉਸ ਦੇ ਉੱਤੇ ਕਿਸ ਤਰੀਕੇ ਦੇ ਨਾਲ ਕੰਮ ਕੀਤਾ ਜਾ ਸਕਦਾ ਹੈ। ਸੋ ਡਾਕਟਰ ਸਾਹਿਬ ਸਭ ਤੋਂ ਪਹਿਲਾ ਸਵਾਲ ਮੇਰਾ ਇਹੀ ਆਉਂਦਾ ਹੈ ਕਿ ਜਦੋਂ ਮਨ ਦੇ ਵਿੱਚ ਕਹਿੰਦੇ ਨਾ ਵਹਿਮ ਪੈਂਦਾ ਹੈ, ਵਹਿਮ ਨੂੰ ਦੂਰ ਕਿੱਦਾਂ ਕਰਿਆ ਜਾਵੇ। ਕੈਂਸਰ ਦਾ ਜੋ ਕਿਉਂਕਿ ਕੈਂਸਰ ਆਪਣੇ ਆਪ ਦਾ ਇੱਕ ਬਹੁਤ ਵੱਡਾ ਸ਼ਬਦ ਜਿਹੜਾ ਬਣ ਚੁੱਕਿਆ ਹੈ ਆਮ ਜ਼ਿੰਦਗੀ ਦੇ ਵਿੱਚ। ਕਿਸੇ ਨੂੰ ਕੋਈ ਡਰ ਵੀ ਪਾ ਦੇਵੇ ਕਿ ਕੈਂਸਰ ਹੈਗਾ ਤਾਂ ਉਸ ਦੇ ਮਨ ਦੇ ਵਿੱਚ ਇੱਕ ਬਹੁਤ ਵੱਡਾ ਭਾਵ ਜਿਹੜਾ ਬਣ ਜਾਂਦਾ। ਪਰ ਅਸਲ ਦੇ ਵਿੱਚ ਜੇਕਰ ਗੱਲ ਕਰੀਏ ਤਾਂ ਕੈਂਸਰ ਦਾ ਵਹਿਮ ਕਿਸ ਤਰੀਕੇ ਕੱਢਿਆ ਜਾ ਸਕਦਾ ਤੇ ਕੈਂਸਰ ਨੂੰ ਰੇਡੀਓਲੋਜੀ ਦੇ ਤਹਿਤ ਡਿਟੈਕਟ ਕਿੱਦਾਂ ਕੀਤਾ ਜਾ ਸਕਦਾ? जी शुक्रिया। मैं ये बताना चाहूँगा आपको कि कैंसर ਦੇ ਨਾਲ ਵਰਡ ਨਾਲ ਲੋਕੀ ਬਹੁਤ ਡਰ ਜਾਂਦੇ ਨੇ ਤੇ ਉਹਨਾਂ ਨੂੰ ਇਹ ਜ਼ਰੂਰੀ ਹੈ ਕਿ ਕਿਸੇ ਤਰ੍ਹਾਂ ਇਹ ਪਤਾ ਲੱਗ ਜਾਵੇ ਜੇ ਕੈਂਸਰ ਹੈ ਕਿ ਨਹੀਂ ਹੈ। ਨਹੀਂ ਤਾਂ ਉਹਨਾਂ ਨੂੰ ਨੀਂਦ ਹੀ ਨਹੀਂ ਆਉਂਦੀ ਕਿ ਕਿਸੇ ਨੇ ਥੋੜਾ ਸਾ ਵੀ ਸ਼ੱਕ ਪਾਤਾ ਤੇ ਦੇ ਵਿਲ ਬੀ ਵਰੀਡ कि मैनू कैंसर तो नहीं हो गया। छोटी सी भी कितने गांठ आ जाए, कुछ भी आ जाए किसी स्कैन च तो वो परेशान हो जाते हैं। ऐसे केस में ना तो चीज़ निकाल सकते हैं ना ही जो उसकी दवाइयाँ हैं वो शुरू कर सकते हैं। तो ये बहुत ज़रूरी है कि आप प्रूव कर सकिए कि वो कैंसर हैगा या नहीं हैगा। तो ਉਹਦੇ ਲਈ ਸਾਨੂੰ ਫਾਈਨਲੀ 100% ਅਸੀਂ ਤभी ਬਤਾ ਸਕਦੇ ਨੇ ਜਦ ਸਾਨੂੰ ਕੋਈ ਪੀਸ ਮਿਲ ਜਾਵੇ, ਟੁਕੜਾ ਮਿਲ ਜਾਵੇ ਜਿਹਨੂੰ ਕਹਿੰਦੇ ਨੇ। ਤਾਂ ਉਹਦੇ ਵਿੱਚ ਦੋ ਚੀਜ਼ਾਂ ਹੁੰਦੀਆਂ, ਇੱਕ FNAC ਔਰ ਇੱਕ ਬਾਇਓਪਸੀ। FNAC 'ਚ ਆਪਾਂ ਇੱਕ ਛੋਟੀ ਜਿਹੀ ਨੀਡਲ ਪਾਉਂਦੇ ਆ ਤੇ ਥੋੜੇ ਜਿਹੇ ਸੈੱਲ ਆ ਜਾਂਦੇ ਆ, ਉਹਦੇ 'ਚ ਪਤਾ ਲੱਗ ਜਾਂਦਾ ਇਹਦਾ ਕੈਂਸਰ ਹੈਗਾ ਕਿ ਨਹੀਂ ਹੈਗਾ। ਤੇ ਉਹਦੇ ਬਾਅਦ ਆਪਾਂ ਬਾਇਓਪਸੀ ਕਰੀਏ, ਉਹਦੇ ਵਿੱਚ ਥੋੜਾ ਬੜਾ ਟੁਕੜਾ ਲੈਂਦੇ ਆ। ਉਸ ਟੁਕੜੇ 'ਚ ਸਾਨੂੰ ਇਹ ਵੀ ਪਤਾ ਲੱਗ ਜਾਂਦਾ ਹੈ ਕਿਸ ਟਾਈਪ ਦਾ ਕੈਂਸਰ ਹੈ ਤੇ ਦਵਾਈਆਂ ਨਾਲ ਕਿਹੋ ਜਿਹਾ ਇਫੈਕਟ ਆਏਗਾ, ਕਿਹੜੇ ਕੈਂਸਰ ਦੀ ਲਾਈਫ ਲੰਬੀ ਹੈ ਛੋਟੀ ਹੈ। ਇਹ ਫਾਇਦੇ ਬੜੇ ਹੁੰਦੇ ਨੇ। से इन्ना नाल असी दस सकते हैं इधर कैंसर इज़ देयर और ये तो पक्का ही बता सकते हैं कि 100% कैंसर नहीं है या कैंसर है। ਉਹਦੇ बाद किस टाइप का कैंसर है, आजकल बहुत सारी दवाइयाँ उपलब्ध ने ते सारे कैंसर एक बराबर नहीं। कईयां च इफेक्ट बिल्कुल नहीं आता, कईयां च बहुत वधिया इफेक्ट आता है। तो इसलिए इट इज़ वेरी इंपॉर्टेंट कि हमें पता चले कि किस टाइप का कैंसर है, किहड़े मार्कर ने, किस वजह से पेशेंट को कैंसर होया है तो एक दवाई कितना काम करेगी। उससे हम ये भी बता सकते हैं पेशेंट को कि आपका बहुत अच्छा रिजल्ट है। तो उसके नाल भी थोड़ी सी टेंशन कम हो जाती पेशेंट की। तो सबसे पहला स्टेप यही है कि हम वो FNAC बायोप्सी करें, नहीं तो कोई भी कैंसर की दवाई शुरू ही नहीं हो सकती जब तक हमें ये पक्का ना हो कि कैंसर है या नहीं है। ਸੋ ਇੰਟਰਵੈਂਸ਼ਨਲ ਜਿਹੜੀ ਰੇਡੀਓਲੋਜੀ ਹੈ ਇਸ ਦਾ ਕਿਸ ਤਰੀਕੇ ਦਾ ਜਿਹੜਾ ਮੰਤਵ ਜਿਹੜਾ ਖਾਸ ਕਰਕੇ ਮਹੱਤਵ ਜਿਹੜਾ ਹੈ ਉਹ ਇੱਕ ਮਰੀਜ਼ ਨੂੰ ਮਿਲ ਪਾਉਂਦਾ ਹੈ ਕਿਉਂਕਿ ਇੰਟਰਵੈਂਸ਼ਨਲ ਥੈਰੇਪੀ ਦੇ ਵਿੱਚ ਵੀ ਬਹੁਤ ਸਾਰੇ ਸਟੈਪਸ ਨੇ। ਹਾਂਜੀ ਤੇ ਬੈਸਟ ਚੀਜ਼ ਇਹ ਹੈਗੀ ਕਿ ਵੀ ਡੋਂਟ ਹੈਵ ਟੂ ਕੱਟ, ਕੋਈ ਚੀਰਾ ਨਹੀਂ ਲਾਣਾ ਪੈਂਦਾ। ਆਪਾਂ CT 'ਚ ਅਲਟਰਾਸਾਊਂਡ 'ਚ ਦੇਖ ਕੇ ਟੁਕੜਾ ਲੈ ਲੈਂਦੇ ਆ ਤੇ ਪੇਸ਼ੈਂਟ ਨੂੰ ਡਰ ਨਹੀਂ ਲੱਗਦਾ ਕਿ ਮੈਨੂੰ ਆਪਰੇਸ਼ਨ ਕਰਾਉਣਾ ਪਊਗਾ। ਕਈ ਵਾਰ ਥੋੜਾ ਜਿਹਾ ਡਾਊਟ ਹੁੰਦਾ ਹੈ, ਬੰਦਾ ਸੋਚਦਾ ਯਾਰ ਆਪਰੇਸ਼ਨ ਕਰਾਈਏ ਨਹੀਂ ਕਰਾਈਏ, ਫਿਰ ਵੇਟ ਕਰਦਾ है कि निकलवाने तो बेटर मैं वेट करता। फिर फाइनली जब हमारे पास आता है तब तक कैंसर बहुत बढ़ चुका होता है। इस केस में क्योंकि उनको पता है कि कोई कट नहीं लगना, चीरा नहीं लगना, ये निकल जाएगा CT स्कैन में, अल्ट्रासाउंड में हमें पता लग जाएगा, तो जल्दी टेस्ट करा लेंगे ने पेशेंट तो जल्दी मेडिकेशन मिलती है तो चांसेस बहुत वधिया हो जाते हैं कि
वो इफेक्ट भी कर जाए और सर्जरी से हम उसको निकाल दें तो पक्का निकल जाता है। अगर वो एक बार कहीं स्प्रेड कर गया, जैसे हम ਆਪਾਂ ਸਟੇजेस ਦੀ ਗੱਲ ਕਰਦੇ ਹਾਂ, ਜੇ ਹਾਈ ਸਟੇਜ ਤੇ ਪਹੁੰਚ ਜਾਵੇ ਫਿਰ ਉਹਦਾ ਟ੍ਰੀਟਮੈਂਟ ਮੁਸ਼ਕਿਲ ਹੈ। ਤੇ ਇਹ ਬਹੁਤ ਵੱਡਾ ਫਾਇਦਾ ਹੁੰਦਾ ਇੰਟਰਵੈਂਸ਼ਨ ਰੇਡੀਓਲੋਜੀ ਦਾ ਕਿ ਬਿਨਾਂ ਕੱਟ ਚੀਰੇ ਦੇ ਜਦ ਆਪਾਂ ਆਪਸ਼ਨ ਦਿੰਨੇ ਆ कि वी कैन कम टू नो कि आपका ये कैंसर निकाला जा सकता है या कैंसर है या नहीं, तो बंदा जल्दी मान जाता है कि कर लो सर, टेस्ट कर दो, मेरा ये डर दूर करो। तो ये बहुत फ़ायदा होता है उनको। ਕਿ ਇੱਕ ਤਾਂ ਚਲੋ ਤੁਸੀਂ ਦੱਸਿਆ ਕਿ ਇੱਕ ਕੈਂਸਰ ਡਿਟੈਕਸ਼ਨ ਦੇ ਵਿੱਚ ਕੰਮ ਆਉਂਦੀ ਹੈ ਕਿ ਜਦੋਂ ਕਿਸੇ ਦਾ ਪਤਾ ਲੱਗ ਗਿਆ ਉਸ ਤੋਂ ਬਾਅਦ ਵਿੱਚ ਵੀ ਜਿਹੜੀ ਇੰਟਰਫਰੈਂਸ਼ੀਅਲ ਜਿਹੜੀ ਹੈ ਰੇਡੀਓਥੈਰੇਪੀ ਹੈਗੀ ਹੈ ਇਹ ਅੱਗੇ ਕੰਮ ਆਉਂਦੀ ਹੈ, ਰੇਡੀਓਲੋਜੀ ਕੰਮ ਆਉਂਦੀ ਹੈ। बिल्कुल सर, इंटरवेंशन रेडियोलॉजी का नाम इसीलिए है बिकॉज ਆਪਾਂ ਬਿਮਾਰੀ 'ਚ ਇੰਟਰਵੀਨ ਵੀ ਕਰਦੇ ਨੇ। ਤੇ ਪਹਿਲੇ ਇੰਟਰਵੈਂਸ਼ਨ ਰੇਡੀਓਲੋਜੀ ਦਾ ਇੰਨਾ ਹੀ ਰੋਲ ਹੁੰਦਾ ਸੀ ਦੀ ਟੁਕੜਾ ਲੈ ਕੇ ਆਪਾਂ ਦੇਤਾ ਤੇ ਟੈਸਟਿੰਗ ਹੋ ਗਈ। ਪਰ ਹੁਣ ਲਿਵਰ ਕੈਂਸਰ ਹੈ, ਲੰਗ ਕੈਂਸਰ ਹੈ, किडनी का कैंसर है, इन्ह सब दे विच जो कैंसर है अगर वो सर्जरी से नहीं निकाला जा सकता कि बढ़ चुका है, अब वो सर्जरी के बियॉन्ड जा चुका है या 2-3 जगह पे आ गया है, तो हम सूई नाल उन्होंने जला भी सकते हैं कि एक सूई डालते हैं, वो हीट प्रोड्यूस होती है, उन्होंने RFA माइक्रोवेव बोलते हैं, तो आप ब्लेड भी कर सकते, तो वो नाल लाइफ बहुत बढ़ जाती पेशेंट की। बिकॉज हमने एक टुकड़ा जो मेन एरिया था उसको जला दिया, कई कार 5 साल 10 साल 15 साल भी बहुत वधिया कट जाते पेशेंट। ਤੇ ਦੂਜਾ ਹੈ ਕਿ ਆਪਾਂ ਦਵਾਈ ਪਾ ਸਕਦੇ ਹਾਂ ਸਿੱਧਾ ਜਾ ਕੇ ਕੀਮੋਥੈਰੇਪੀ ਉਸ ਏਰੀਆ में जहाँ कैंसर है, ਤਾਂ ਆਪਾਂ ਉਹ ਖੂਨ ਦੀ ਨਸ ਦੇ ਵਿੱਚ ਜਾਈਦਾ ਹੈ ਜਿਹੜੇ 'ਚ ਕੈਂਸਰ ਸਪਲਾਈ ਕਰਦਾ ਹੈ ਤੇ ਉਹਦੇ 'ਚ ਦਵਾਈ ਪਾ ਦਿੰਦੀ ਹੈ। क्योंकि हमें पता है कि कीमोथेरेपी के बहुत सारे साइड इफेक्ट हैं। जब ਆਪਾਂ डायरेक्ट कीमोथेरेपी ਦਿੰਦੇ ਆ ਤੇ ਸਾइड इफेक्ट्स बहुत ज़्यादा ਹੁੰਦੇ ਨੇ, बट अगर जो कीमोथेरेपी ਉਹ ਸਿੱਧਾ ਉਸ ਨਸ 'ਚ ਦਿੱਤੀ ਜਾਵੇ ਤਾਂ ਇਫੈਕਟ ਵੀ ਕੈਂਸਰ ਹੈਗਾ ਤੇ ਉਹਦਾ ਇਫੈਕਟ ਵੀ ਜ਼ਿਆਦਾ ਵਧੀਆ ਆਉਂਦਾ ਹੈ ਤੇ ਸਾਈਡ ਇਫੈਕਟਸ ਵੀ ਘੱਟ ਹੁੰਦੇ ਨੇ। ਤਾਂ ਲਿਵਰ ਕੈਂਸਰ 'ਚ ਬਹੁਤ ਜ਼ਿਆਦਾ ਰੋਲ ਹੈ ਸਾਡੇ ਇੰਟਰਵੈਂਸ਼ਨਲ ਥੈਰੇਪੀ ਦਾ, ਕਿਡਨੀ ਕੈਂਸਰ 'ਚ ਰੋਲ ਹੈ, ਲੰਗ ਕੈਂਸਰ 'ਚ ਰੋਲ ਹੈ ਤੇ ਕਈ ਜਗ੍ਹਾਵਾਂ ਤੇ ਇਹਦਾ ਛੋਟੇ ਜੇ ਸਾਨੂੰ ਪਤਾ ਲੱਗੇ ਕਿ 2 ਜਾਂ 3 ਜਗ੍ਹਾ ਛੋਟੇ ਕੈਂਸਰ ਹੈ ਉਹਨਾਂ ਨੂੰ ਜਲਾਇਆ ਜਾ ਸਕਦਾ ਹੈ। ਤੇ ਇਹ ਸਾਰੇ ਆਪਸ਼ਨ ਸਾਡੇ ਕੈਂਸਰ ਇੰਸਟੀਚਿਊਟ 'ਚ ਅਵੇਲੇਬਲ ਨੇ। ਜਦ ਮੈਡੀਕਲ ਔਨਕੋਲੋਜਿਸਟ ਕੇ ਪਾਸ ਪੇਸ਼ੈਂਟ ਜਾਂਦਾ ਹੈ ਤਾਂ ਉਹ ਚੈੱਕ ਕਰਕੇ ਸਟੇਜ ਦੇਖ ਕੇ ਆਪਣੇ ਆਪ ਸਾਡੇ ਕੋਲ ਭੇਜ ਦਿੰਦੇ हैं कि ਜੇ ਦਵਾਈਆਂ ਤੋਂ ਜ਼ਿਆਦਾ ਇਫੈਕਟ ਇੰਟਰਵੈਂਸ਼ਨ ਤੋਂ ਆ ਸਕਦਾ ਹੈ, ਪੇਸ਼ੈਂਟ ਦੀ ਲਾਈਫ ਵੱਧ ਸਕਦੀ ਹੈ, ਤੇ ਵੀ ਗਿਵ ਦੈਟ ਆਪਸ਼ਨ ਟੂ ਦਾ ਪੇਸ਼ੈਂਟ। ਖਾਸ ਕਰਕੇ ਜਿੱਦਾਂ ਤੁਸੀਂ ਜ਼ਿਕਰ ਕੀਤਾ ਕੀਮੋਥੈਰੇਪੀ ਦਾ, ਕੀਮੋਥੈਰੇਪੀ ਤੋਂ ਬਾਅਦ ਜਦੋਂ ਕਈ ਵਾਰੀ ਸਰਜਰੀ ਕਰਨੀ ਪੈਂਦੀ ਆ ਕਿ ਮਰੀਜ਼ ਦੀ, ਕਿ ਉਸ ਦੇ ਵਿੱਚ ਵੀ ਜਿਹੜੀ ਆਪਣੀ ਰੇਡੀਓਲੋਜੀ ਹੈਗੀ ਹੈ, ਇੰਟਰਵੀਨਲ ਰੇਡੀਓਲੋਜੀ ਜਿਹੜੀ ਹੈਗੀ ਹੈ ਉਹ ਕਿਤੇ ਨਾ ਇੰਟਰਵੈਂਸ਼ਨਲ ਰੇਡੀਓਲੋਜੀ ਹੈ ਉਹ ਉਸ ਦੇ ਵਿੱਚ ਹੈਲਪ ਕਰਦੀ ਹੈ। ਕਿਉਂਕਿ ਕਿਤੇ ਨਾ ਕਿਤੇ ਜੇਕਰ ਗੱਲ ਕੀਤੀ ਜਾਵੇ ਤਾਂ ਜਦੋਂ ਰੇਡੀਓਲੋਜੀ ਖਾਸ ਕਰਕੇ ਜਦੋਂ ਕੀਮੋਥੈਰੇਪੀ ਦਿੱਤੀ ਜਾਂਦੀ ਆ, ਕਿਆ ਇਹ ਵੀ ਜਾਂਦਾ ਹੈ ਕਿ ਕੈਂਸਰ ਦੇ ਬਾਅਦ ਚ ਡਿਟੈਕਟ ਕਰਨਾ ਜਾਂ ਫਿਰ ਉਸਨੂੰ ਸਰਜਰੀ ਨਾਲ ਰਿਮੂਵ ਕਰਨਾ ਥੋੜਾ ਔਖਾ ਹੋ ਜਾਂਦਾ। ਇਹਦਾ ਬੜਾ ਅੱਛਾ ਐਗਜ਼ਾਮਪਲ ਹੈ ਬ੍ਰੈਸਟ ਕੈਂਸਰ 'ਚ। ਕਦੇ ਬ੍ਰੈਸਟ ਕੈਂਸਰ ਦੀ ਦਵਾਈਆਂ ਇੰਨਾ ਵਧੀਆ ਕੰਮ ਕਰਦੀਆਂ ਨੇ कि एक बारी ਨੂੰ कैंसर टोटली गायब हो जाता है या दिखना बंद हो जाता है, इतना छोटा हो जाता है कि हमें कैंसर सर्जन को बाद में उसे ढूंढना मुश्किल हो जाता है। तो कई बार हम उन केसेस में पहले वहाँ पे एक मेटल मार्कर डाल के ये पक्का कर लेते हैं कि यहाँ था कैंसर, उसका मार्जिन देख के सर्जन उस एरिया को निकाल देते हैं। अदरवाइज उन्होंने जे बाद च मिले ही ना तो फिर पूरा का पूरा ब्रैसट निकालना पैंदा है। बट जे सानू पता है कि इस एरिया च सी ਉਹਦੇ ਆਸ-ਪਾਸ 1.5-2 सेंटीमीटर ਆਪਾਂ ਸਾਰਾ ਕੱਢ ਲਿਆ, देन वी आर श्योर कि अब वो कैंसर चला गया। पर अगर वो दिखना ही बंद हो जाए बाद में फिर बहुत मुश्किल है। कई बार कैंसर इतना छोटा होता है कि एक्सरे 'ਚ ਤਾਂ ਦਿਖਦਾ ਹੈ ਪਰ ਫੀਲ ਨਹੀਂ ਹੁੰਦਾ, ਤੇ ਉਹਦੇ ਵਿੱਚ ਆਪਾਂ ਇੱਕ ਵਾਇਰ ਪਾ ਦਿੰਦੇ ਆ ਸਰਜਰੀ ਵਾਲੇ ਦਿਨ। तो ਵਾਇਰ ਪਾਉਣ ਦਾ ਕੀ ਹੁੰਦਾ ਕਿ अंदर जाके उस वायर के आस-पास का एरिया कट लेने ताकि उतना निकल के कैंसर भी निकल जाए। तो तीजा बड़ा इंपॉर्टेंट रोल है, कई बार जो कैंसर होंदा वो ब्लड सप्लाई बहुत ज़्यादा होंदा है, तो सर्जनस नूं ये थोड़ा जा डर होंदा है या लॉस ऑफ ब्लड का चांस बहुत ज़्यादा होता है कि अगर कैंसर च ब्लड ज़्यादा है तो सर्जरी भी औखी हो जाती है। बट आपां की करदे हैं, अगेन जैसे आपां दवाई पा सकते हैं उसी तरह आपां जाके वो नस नूं ब्लॉक भी कर सकते हैं। तो आपां वंस वी ब्लॉक दैट ब्लड वैसल तो जो खून का लॉस है सर्जरी विच वो बहुत कट हो जाता है। जैसे नॉर्मली 200-250-300 ml ब्लड लॉस है तो वो 20-25-30 ml ही रह जाता है। तो 8 से 10 टाइम ब्लड लॉस कम हो सकता है जेडे ट्यूमर खास करके जिन्हां च ब्लड सप्लाई ज़्यादा है। कुछ कैंसर च घट होंदा है, कुछ कैंसर च ज़्यादा होंदा है। तो ज़्यादा जेडे अंदर ब्लड सप्लाई हैगी उहदा विच सर्जरी तो पहला हम उन्होंने जो नसां दी नसां नूं ब्लॉक कर सकते हैं। सो वो बहुत मेजर एडवांटेज हो जाता है सर्जन के लिए। जिथे तक कैंसर स्क्रीनिंग की गल है या अवेयरनेस फैलाने की गल है, आई थिंक सिंस लास्ट 1 ईयर पिछले 1 साल तो असी कंटिन्यूअसली सुहाना मैमोवैन स्क्रीनिंग प्रोग्राम चला रहे हैं
ਜਿਹਦੇ 'ਚ ਹਰ ਮਹੀਨੇ ਅਸੀਂ ਘੱਟ ਤੋਂ ਘੱਟ 6 ਤੋਂ 7 ਕੈਂਪ ਲਗਾਉਂਦੇ ਹਾਂ ਡਿਫਰੈਂਟ ਵਿਲੇजेस ਵਿੱਚ, ਅਲੱਗ-ਅਲੱਗ ਗਾਵਾਂ 'ਚ ਜਾ ਕੇ, ਡਿਫਰੈਂਟ ਸੁਸਾਇਟੀਜ਼ 'ਚ ਜਾ ਕੇ, ਜਿੱਥੇ ਕਿ ਅਸੀਂ ਮੈਮੋਗ੍ਰਾਫੀ ਦੇ ਇੱਕ ਬੱਸ ਦੇ ਅੰਦਰ ਮੈਮੋਗ੍ਰਾਫੀ ਮਸ਼ੀਨ ਇੰਸਟਾਲਡ ਹੈ, ਉਹਦੇ ਅੰਦਰ ਹਰ ਫੀਮੇਲ ਦਾ ਮੈਮੋਗ੍ਰਾਫੀ ਅਸੀਂ ਫ੍ਰੀ ਆਫ ਕਾਸਟ ਕਰਦੇ ਹਾਂ। ਸੈਕੰਡਲੀ ਲਾਸਟ 1 ਈਅਰ ਦੇ ਅੰਦਰ ਅਸੀਂ 100 ਤੋਂ ਉੱਪਰ ਕੈਂਪ ਲਗਾ ਚੁੱਕੇ ਹਾਂ, ਔਰ ਸੁਹਾਨਾ ਹਸਪੀਟਲ ਕੋਈ ਵੀ ਮੈਮੋਗ੍ਰਾਫੀ ਵਾਸਤੇ ਜੋ ਸਕਰੀਨਿੰਗ ਮੈਮੋਗ੍ਰਾਫੀ ਕੀਤੀ ਜਾਂਦੀ ਹੈ ਉਹਦੇ ਵਾਸਤੇ ਕੋਈ ਚਾਰਜ ਨਹੀਂ ਲੈਂਦਾ। ਸਭ ਤੋਂ ਵੱਡੀ ਗੱਲ ਇਹ ਹੁੰਦੀ ਹੈ ਕਿ ਮੋਸਟਲੀ ਦੇਖਿਆ ਜਾਂਦਾ ਹੈ ਕਿ ਜਿਹੜਾ ਹਸਪਤਾਲ ਕਿਸੇ ਮਰੀਜ਼ ਦੇ ਬਿਲਕੁਲ ਨਜ਼ਦੀਕ ਪੈਂਦਾ ਹੈ, ਉਹ ਉਸ ਹਸਪਤਾਲ 'ਚ ਜਾ ਕੇ ਜਿਹੜਾ ਹੈ ਉਹ ਆਪਣਾ ਇਲਾਜ ਕਰਾਉਣ ਦੀ ਕੋਸ਼ਿਸ਼ ਕਰਦਾ, ਜੇਕਰ ਕਿਸੇ ਨੂੰ ਕੋਈ ਕੈਂਸਰ ਦਾ ਸ਼ੱਕ ਵੀ ਲੱਗਦਾ ਹੈ। ਪਰ ਕਿਸ ਤਰੀਕੇ ਨਾਲ ਦੇਖਿਆ ਜਾਵੇ, ਕਿਉਂਕਿ ਅਕਸਰ ਲੋਕ ਪਹਿਲੀ ਓਪੀਨੀਅਨ ਦੇ ਵਿੱਚ ਹੀ ਜਿਹੜਾ ਹੈ ਉਹ ਆਪਣਾ ਇਲਾਜ ਕਰਾਉਣ ਨੂੰ ਤੁਰ ਪੈਂਦੇ ਨੇ, ਸੈਕੰਡ ਓਪੀਨੀਅਨ ਦਾ ਕਿਸ ਤਰੀਕੇ ਦੇਖਿਆ ਜਾਵੇ? ਸੋ ਜਿੱਥੇ ਤੱਕ ਤੁਸੀਂ ਇਹ ਗੱਲ ਕੀਤੀ ਹੈ ਕਿ ਨਜ਼ਦੀਕ ਮਰੀਜ਼ ਜਾਂਦਾ ਹੈ, ਬਿਲਕੁਲ ਠੀਕ ਹੈ। ਸਭ ਤੋਂ ਪਹਿਲਾਂ ਪ੍ਰਾਇਮਰੀ ਜੋ ਕੰਟੈਕਟ ਹੁੰਦਾ ਉਹ ਨੀਅਰ ਬਾਈ ਫਿਜ਼ੀਸ਼ੀਅਨ ਕੋਲ ਹੀ ਜਾਂਦਾ ਪੇਸ਼ੈਂਟ। ਬਟ ਅਗਰ ਤੁਸੀਂ ਕੈਂਸਰ ਟ੍ਰੀਟਮੈਂਟ ਦੇ ਬਾਰੇ ਗੱਲ ਕਰੋਗੇ ਤਾਂ ਅਪਰੋਚ ਇਜ਼ ਸਲਾਈਟਲੀ ਡਿਫਰੈਂਟ। ਜਦੋਂ ਵੈਸਟਰਨਾਈਜ਼ ਕੰਟਰੀਜ਼ ਆਪਾਂ ਗੱਲ ਕਰਦੇ ਹਾਂ ਕਿ ਮਲਟੀ ਡਿਸਪਲਿਨਰੀ ਟਿਊਮਰ ਬੋਰਡ ਜਾਂ ਮਲਟੀ ਡਿਸਪਲਿਨਰੀ ਫਾਰਮ ਆਫ ਟ੍ਰੀਟਮੈਂਟ ਹੋਣਾ ਚਾਹੀਦਾ ਹੈ, ਇਹਦਾ ਮਤਲਬ ਇਹ ਹੈ ਕਿ ਇੱਕ ਸ਼ੈੱਡ ਦੇ ਅੰਦਰ, ਇੱਕ ਰੂਫ ਦੇ ਅੰਦਰ ਮਰੀਜ਼ ਨੂੰ ਸਾਰਾ ਟ੍ਰੀਟਮੈਂਟ ਦਿੱਤਾ ਜਾਏ, ਬਿਕਾਜ਼ ਇਹ ਇੱਕ ਡਾਕਟਰ ਦਾ ਕੰਮ ਨਹੀਂ ਹੈ। ਇਹਦੇ ਅੰਦਰ ਬਹੁਤ ਸਾਰੇ ਡਾਕਟਰਸ ਦੀ ਟੀਮ ਇਨਵੋਲਡ ਹੈ, ਜਿੱਦਾਂ ਕਿ ਮੈਡੀਕਲ ਔਨਕੋਲੋਜੀ ਦੀ ਗੱਲ ਕੀਤੀ, ਸਰਜੀਕਲ ਔਨਕੋਲੋਜੀ ਇੱਕ ਐਸਪੈਕਟ ਹੈ, ਰੇਡੀਏਸ਼ਨ ਔਨਕੋਲੋਜੀ ਇੱਕ ਐਸਪੈਕਟ ਹੈ, ਪੈਥੋਲੋਜੀ ਇੱਕ ਐਸਪੈਕਟ ਹੈ, ਇੰਟਰਵੈਂਸ਼ਨਲ ਰੇਡੀਓਲੋਜੀ ਇੱਕ ਐਸਪੈਕਟ ਹੈ, ਨਿਊਕਲੀਅਰ ਮੈਡੀਸਿਨ ਇੱਕ ਐਸਪੈਕਟ ਹੈ। ਸੋ ਦੇਰ ਆਰ ਡਿਫਰੈਂਟ ਫੀਲਡਸ, ਅਲੱਗ-ਅਲੱਗ ਵਿਭਾਗਾਂ ਦੇ ਡਾਕਟਰ ਬੈਠ ਕੇ ਇੱਕ ਕੇਸ ਡਿਸਕਸ ਕਰਦੇ ਨੇ, ਉਹਦੇ ਬਾਰੇ ਆਪਣਾ ਜਜਮੈਂਟ ਦਿੰਦੇ ਨੇ ਕਿ ਬਿਕੋਜ਼ ਸਾਰੇ ਕੇਸਿਸ ਇੱਕੋ ਵਾਂਗ ਨਹੀਂ ਹੁੰਦੇ, ਕਿ ਬਹੁਤ ਸਾਰੇ ਕੇਸਿਸ 'ਚ ਇਹ ਵੀ ਡਿਸੀਜਨ ਇੰਪੋਰਟੈਂਟ ਹੋ ਜਾਂਦਾ ਹੈ ਕਿ ਪਹਿਲੇ ਮਰੀਜ਼ ਨੂੰ ਸਰਜਰੀ ਕੀਤੀ ਜਾਏ, ਪਹਿਲੇ ਮਰੀਜ਼ ਨੂੰ ਕੀਮੋਥੈਰੇਪੀ ਦਿੱਤੀ ਜਾਏ, ਜਾਂ ਕਿਸ ਐਕਸਟੈਂਟ ਤੱਕ, ਕਿਸ ਅਗਰੈਸਿਵਨੈਸ ਨਾਲ ਟ੍ਰੀਟਮੈਂਟ ਕਰਨ ਦੀ ਜ਼ਰੂਰਤ ਹੈ, ਟ੍ਰੀਟਮੈਂਟ ਘੱਟ ਦੇਣਾ ਚਾਹੀਦਾ ਕਿ ਜ਼ਿਆਦਾ ਦੇਣਾ ਚਾਹੀਦਾ। ਆਈ ਥਿੰਕ ਇਹ ਇੱਕ ਬੋਰਡ ਬੈਠਦਾ ਜੋ ਡਿਸਾਈਡ ਕਰਦਾ ਅਲਟੀਮੇਟਲੀ ਕਿ ਮਰੀਜ਼ ਦਾ ਟ੍ਰੀਟਮੈਂਟ ਕਿਸ ਤਰੀਕੇ ਨਾਲ ਆਪਾਂ ਨੂੰ ਕਰਨਾ ਚਾਹੀਦਾ, ਕਿੰਨੀ ਅਗਰੈਸਿਵਨੈਸ ਨਾਲ ਕਰਨਾ ਚਾਹੀਦਾ, ਸੋ ਦੈਟ ਕਿ ਮਰੀਜ਼ ਦਾ ਆਪਟੀਮਲ ਰਿਜ਼ਲਟ ਆਏ, ਕਿ ਉਹਦਾ ਕੈਂਸਰ ਠੀਕ ਹੋ ਜਾਏ। ਉਹ ਬੋਰਡ ਕਿਹੜਾ ਹੈ ਸਰ, ਜਿਸ ਬੋਰਡ ਦਾ ਤੁਸੀਂ ਜ਼ਿਕਰ ਕਰ ਰਹੇ ਹੋ? ਸੋ ਅਸੀਂ ਉਹ ਟਿਊਮਰ ਬੋਰਡ ਦੀ ਗੱਲ ਕਰ ਰਹੇ ਹਾਂ ਕਿ ਟਿਊਮਰ ਬੋਰਡ ਦੇ ਅੰਦਰ ਡਿਫਰੈਂਟ ਪੈਨਲ ਆਫ ਐਕਸਪਰਟਸ ਇੱਕ ਪਰਟੀਕੂਲਰ ਦਿਨ ਤੇ ਬੈਠ ਕੇ ਕੇਸ ਡਿਸਕਸ ਕਰਦੇ, ਹਰ ਕੇਸ ਨੂੰ ਡਿਸਕਸ ਕਰਿਆ ਜਾਂਦਾ ਹੈ ਤੇ ਇੱਕ ਓਪੀਨੀਅਨ ਦਿੱਤਾ ਜਾਂਦਾ ਹੈ ਕਿ ਇਸ ਮਰੀਜ਼ ਵਾਸਤੇ ਇਹ ਟ੍ਰੀਟਮੈਂਟ ਉਚਿਤ ਹੋਣਾ ਚਾਹੀਦਾ ਹੈ ਤੇ ਇਹਦੇ ਨਾਲ ਇਹਦਾ ਬੈਸਟ ਆਊਟਕਮ ਆਏਗਾ। ਸੋ ਸੁਹਾਨਾ ਕੈਂਸਰ ਰਿਸਰਚ ਇੰਸਟੀਚਿਊਟ ਦੀ ਜਦੋਂ ਸ਼ੁਰੂਆਤ ਹੋਈ ਹੈ, ਆਈ ਥਿੰਕ ਲਾਸਟ 1.5 ਸਾਲ 2 ਸਾਲ ਪਹਿਲੇ ਜਦੋਂ ਬਿਲਡਿੰਗ ਦਾ ਇਨੋਗ੍ਰੇਸ਼ਨ ਹੋਇਆ, ਉਹਦੇ ਬਾਅਦ ਇਹ ਕਨਸੈਪਟ ਅਸੀਂ ਧਾਰ ਲਿਆ ਕਿ ਅਸੀਂ ਹਰ ਕੇਸ ਨੂੰ ਟਿਊਮਰ ਬੋਰਡ ਦੇ ਅੰਦਰ ਡਿਸਕਸ ਕਰਕੇ ਵੀ ਵਿਲ ਟੇਕ ਇਟ ਫਾਰਵਰਡ, ਤਾਂ ਕਿ ਹਰ ਮਰੀਜ਼ ਦਾ ਇੱਕ ਅੱਛਾ ਆਊਟਕਮ ਆਏ। ਹਰ ਮਰੀਜ਼ ਨੂੰ ਇਹ ਰਿਪੋਰਟ ਬਤਾਈ ਜਾਏ ਕਿ ਯਾਰ ਤੁਹਾਡਾ ਪਹਿਲੇ ਟ੍ਰੀਟਮੈਂਟ ਕੀ ਹੋਣਾ ਚਾਹੀਦਾ ਹੈ ਤੇ ਤੁਹਾਡਾ ਇਹਦੇ ਨਾਲ ਆਊਟਕਮ ਬਹੁਤ ਅੱਛਾ ਆਏਗਾ। ਸੁਹਾਨਾ ਹਸਪੀਟਲ ਦਾ ਕੈਂਸਰ ਰਿਸਰਚ ਸੈਂਟਰ ਹੈ, ਉਸ ਦੇ ਵਿੱਚ ਅਸੀਂ ਅੱਜ ਪਹੁੰਚੇ ਹਾਂ, ਜਿੱਥੇ ਕਿ ਹਰ ਇੱਕ ਪ੍ਰਕਿਰਿਆ ਦੇ ਨਾਲ